ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਸੁਖਮਨੀ ਸਾਹਿਬ ਦੀ ਬਾਣੀ ਸਾਡੇ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਜ਼ਿੰਦਗੀ ਵਿੱਚ ਵਿਚਰਦੇ ਹੋਏ ਸਰੀਰ ਨੂੰ ਕਿਸੇ ਦੁੱਖ ਜਾਂ ਰੋਗ ਨੇ ਆ ਘੇਰਿਆ, ਇਹ ਆਮ ਬਾਤ ਹੈ। ਜੇ ਆਪਾਂ ਕਰਮ ਕਰਦੇ ਹਾਂ, ਸਾਡਾ ਜੀਵਨ ਸਾਡੇ ਕਰਮਾਂ 'ਤੇ ਨਿਰਭਰ ਹੈ। ਚੰਗੇ ਭਲੇ ਚੱਲਦੇ ਚੱਲਦੇ ਜੇ ਕੋਈ ਦੁੱਖ ਆ ਗਿਆ ਤਾਂ ਸੋਚੋ ਕਿਉਂ ਆਇਆ। ਜਵਾਬ ਹੈ ਬੀਜਿਆ ਸੀ, ਕਿਤੇ ਕਰਮਾਂ ਨੇ ਬੀਜਿਆ ਸੀ ਅਤੇ ਅੱਜ ਉਹ ਕੱਟਣਾ ਪੈ ਰਿਹਾ। ਤਾਂ ਹੀ ਜੇ ਕੁਝ ਬੀਜਦੇ ਹਾਂ ਤਾਂ ਹੀ ਵੱਢਦੇ ਹਾਂ ਨਾ। ਇਹ ਫਰਕ ਹੈ ਕਿ ਬੀਜ ਬੀਜਣ ਅਤੇ ਫਲ ਕੱਟਣ ਵਿੱਚ ਅੰਤਰਾਲ ਹੈ, ਭਾਵ ਸਮਾਂ ਲੱਗਦਾ। ਸਿੱਧੀ ਜਿਹੀ ਗੱਲ ਹੈ, ਅੱਜ ਕਣਕ ਬੀਜੋ, ਤਿਆਰ ਹੋਣ 'ਚ ਸਮਾਂ ਲੱਗਦਾ। ਤੁਸੀਂ ਕਹੋ ਮੈਂ ਅੱਜ ਅੰਬ ਦਾ ਪੌਦਾ ਲਾਇਆ, ਮਹੀਨੇ ਬਾਅਦ ਫਲ ਖਾ ਲਵਾਂ, ਇਹ ਫਲ ਤਾਂ 10 ਸਾਲ ਬਾਅਦ ਅੰਬ ਨੇ ਦੇਣਾ। ਇਸੇ ਤਰ੍ਹਾਂ ਜੇ ਕੋਈ ਰੋਗ ਹੈ ਜਾਂ ਦੁੱਖ ਆਇਆ, ਕਦੀ ਬੀਜਿਆ ਸੀ ਤਾਂ ਆਇਆ ਅੱਜ। ਇਹ ਨਹੀਂ ਪਤਾ ਕਿ ਕਦੋਂ ਬੀਜਿਆ ਸੀ, ਕਦੋਂ ਐਸਾ ਮਾੜਾ ਕਰਮ ਕਰ ਬੈਠੇ ਹਾਂ ਜਿਹਨੂੰ ਭੋਗਣ ਲਈ ਸਮੇਂ ਅਨੁਸਾਰ ਉਹ ਰੋਗ ਬਣ ਕੇ ਸਾਹਮਣੇ ਆ ਖਲੋਤਾ। ਤਨ ਰੋਗੀ ਹੋ ਗਿਆ। ਇਹ ਤੀਸਰੀ ਵਿਸ਼ੇਸ਼ਤਾ ਹੈ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤੀਸਰੀ ਮਹੱਤਤਾ ਇਹ ਹੈ ਕਿ ਇਹ ਤਨ ਦੇ ਰੋਗਾਂ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਹਾਂ, ਇੱਕ ਹੁੰਦੇ ਹਨ ਤਨ ਦੇ ਰੋਗ, ਇੱਕ ਹੁੰਦੇ ਨੇ ਮਨ ਦੇ ਰੋਗ। ਦੋਹਾਂ ਵਿੱਚ ਫਰਕ ਹੈ। ਆਪਣੇ ਘਰ ਵਿੱਚ ਕਿਸੇ ਜੀ ਨਾਲ ਵਿਚਾਰ ਨਾ ਰਲਣਾ, ਆਪਣਾ ਭਾਵ ਵੀ ਉਹਦੇ ਨਾਲ ਆਪਣੀ ਮੱਤ ਨਾਲ ਰਲਣੀ, ਕਲੇਸ਼ ਪਿਆ ਹੋਣਾ। ਇਹ ਤੁਸੀਂ ਇਹ ਨਹੀਂ ਕਹਿੰਦੇ ਮੇਰੀ ਬਾਂਹ ਦੁਖਦੀ ਹੈ, ਮੇਰੀ ਲੱਤ ਦੁਖਦੀ ਹੈ, ਮੇਰਾ ਸਿਰ ਦੁਖਦਾ। ਉਦੋਂ ਆਪਾਂ ਕਹਿੰਦੇ ਹਾਂ ਮੇਰਾ ਮਨ ਦੁਖੀ ਹੈ। ਇੱਕ ਵੇਲੇ ਦੀ ਰੋਟੀ ਹੋਵੇ, ਦੂਜੇ ਵੇਲੇ ਦੀ ਨਾ ਹੋਵੇ, ਲੋਕਾਂ ਦਾ ਕਰਜ਼ਾ ਦੇਣਾ ਹੋਵੇ, ਆਪਾਂ ਕਹਿੰਦੇ ਹਾਂ ਵੀ ਮੇਰੇ ਮਨ ਨੂੰ ਚਿੰਤਾ ਲੱਗੀ ਹੈ ਕਿ ਇਸ ਦੇ ਪੈਸੇ ਕਿਸੇ ਨੂੰ ਵੀ ਪੈਸੇ ਦੇਣੇ ਆ, ਮੈਂ ਕਿਵੇਂ ਦੇਵਾਂਗਾ। ਭਾਵ ਚਿੰਤਾ, ਕਲਪਨਾ, ਪਰੇਸ਼ਾਨੀਆਂ, ਹਰ ਵਕਤ ਸੋਚਾਂ ਵਿੱਚ ਰਹਿਣਾ, ਇਹ ਮਨ ਦੇ ਰੋਗ ਹਨ। ਸਰੀਰ ਦਾ ਕੋਈ ਅੰਗ ਦੁਖਦਾ ਹੋਵੇ, ਹੱਥ ਦੁਖਦਾ ਹੋਵੇ, ਕੰਨ, ਅੱਖ, ਮੋਢਾ, ਪੈਰ, ਸਿਰ, ਪੇਟ, ਕੋਈ ਤਕਲੀਫ ਹੋਵੇ, ਭਾਵ ਸਰੀਰ ਦੇ ਅੰਗਾਂ ਨੂੰ ਕੋਈ ਤਕਲੀਫ ਹੈ, ਇਹ ਨੇ ਤਨ ਦੇ ਰੋਗ। ਇੱਕ ਵਾਰੀ ਕਿਸੇ ਗਿਆਨੀ ਨੇ ਸਵਾਲ ਕਰ ਦਿੱਤਾ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਮਨ ਦੇ ਰੋਗ ਰਾਜੀ ਹੁੰਦੇ ਨੇ, ਪਰ ਇਹ ਬਾਣੀ ਤਨ ਦੇ ਰੋਗ ਵੀ ਦੂਰ ਕਰਦੀ ਹੈ। ਅੱਗੋਂ ਜੋ ਕਿਸੇ ਨੇ ਜਵਾਬ ਦਿੱਤਾ, ਜੋ ਸੰਤ ਜੀ ਸਨ, ਜੋ ਉਸ ਸਮੇਂ ਦੇ ਗੁਰਮੁਖ ਸਨ, ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਤੁਹਾਡੇ ਅੰਦਰ ਇਸ ਪਵਿੱਤਰ ਦਰਗਾਹੀ ਬਖਸ਼ਿਸ਼ ਨਾਲ ਭਰੀ ਹੋਈ ਬਾਣੀ ਬਾਰੇ ਸ਼ੰਕਾ ਹੈ। ਭਾਈ ਸਾਹਿਬ ਕਹਿੰਦੇ, ਗਿਆਨੀ ਜੀ ਕਿ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ? ਤੁਸੀਂ ਸੁਖਮਨੀ ਸਾਹਿਬ ਜੀ ਦਾ ਵੀ ਪਾਠ ਕਰਦੇ ਹੋ? ਗਿਆਨੀ ਜੀ ਕਹਿੰਦੇ, ਹਾਂਜੀ ਮੈਂ ਤਾਂ ਰੋਜ਼ ਕਰਦਾ। ਅੱਗੋਂ ਭਾਈ ਸਾਹਿਬ ਕਹਿੰਦੇ ਕਿ ਤੁਹਾਨੂੰ ਪਤਾ ਹੈ ਇਹ ਬਾਣੀ ਦੀ ਪਹਿਲੀ ਅਸ਼ਟਪਦੀ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਕਹਿਣ ਲੱਗਾ, ਹਾਂਜੀ ਪਤਾ ਹੈ ਕਿੱਥੋਂ ਸ਼ੁਰੂ ਹੁੰਦੀ ਹੈ। ਭਾਈ ਸਾਹਿਬ ਕਹਿਣ ਲੱਗੇ, ਸਾਨੂੰ ਬੋਲ ਕੇ ਦੱਸੋ। ਗਿਆਨੀ ਜੀ ਪੜ੍ਹਨ ਲੱਗੇ, ਕਹਿੰਦੇ, ਸਿਮਰੋ ਸਿਮਰ ਸਿਮਰ ਸੁਖ ਪਾਵੈ, ਕਾਲ ਕਲੇਸ਼ ਤਨ ਮਾਹੇ ਮਟਾਵੈ। ਭਾਈ ਸਾਹਿਬ ਨੇ ਇੱਥੇ ਹੀ ਰੋਕ ਦਿੱਤਾ। ਕਹਿਣ ਲੱਗੇ, ਗਿਆਨੀ ਜੀ ਕੀ ਪੜ੍ਹਿਆ? ਕਹਿੰਦੇ, ਕਾਲ ਕਲੇਸ਼। ਗਿਆਨੀ ਜੀ ਨੇ ਅੱਗੇ ਪੰਕਤੀ ਪੂਰੀ ਕੀਤੀ, ਤਨ ਮਾਹੇ ਮਿਟਾਵੈ। ਭਾਈ ਸਾਹਿਬ ਕਹਿੰਦੇ ਹਨ, ਗਿਆਨੀ ਜੀ ਇਹ ਤਾਂ ਨਹੀਂ ਲਿਖਿਆ ਕਿ ਮਨ ਮੈਂ ਮਿਟਾਵੈ, ਤਨ ਮੈਂ ਮਿਟਾਵੈ ਲਿਖਿਆ। ਭਾਵ ਸਰੀਰ 'ਤੇ ਵੀ ਜੋ ਕੋਈ ਕਲ ਕਲੇਸ਼ ਹੈ, ਭਾਵ ਤਕਲੀਫ ਹੈ, ਇਹ ਬਾਣੀ ਉਸ ਦਾ ਵੀ ਨਾਸ਼ ਕਰਦੀ ਹੈ। ਇਹ ਬਾਕੀ ਸਰੀਰਕ ਰੋਗਾਂ ਤੋਂ ਵੀ ਬਚਾਉਂਦੀ ਹੈ। ਆਪਾਂ ਕਦੀ ਨੋਟ ਕਰੀਏ, ਪੜ੍ਹੇ ਲਿਖੇ ਬੰਦੇ ਦਾ ਵਿਸ਼ਵਾਸ ਬਣਾਉਣਾ ਸਭ ਤੋਂ ਔਖਾ ਹੁੰਦਾ, ਕਿਉਂਕਿ ਪੜ੍ਹਿਆ ਲਿਖਿਆ ਵਿਦਵਾਨ ਹਰ ਵੇਲੇ ਦਿਮਾਗ ਨੂੰ, ਅਕਲ ਨੂੰ ਅੱਗੇ ਰੱਖਦਾ। ਆਪਾਂ ਵੀ ਜ਼ਰਾ ਜ਼ੋਰ ਪਾਏ, ਆਪਣੇ ਮਨਾਂ 'ਤੇ ਝਾਤੀ ਮਾਰੀਏ, ਜ਼ਿੰਦਗੀ ਦੇ ਹਰ ਮੋੜ 'ਤੇ ਆਪਣੀ ਅਕਲ ਅੱਗੇ ਰੱਖਦੇ ਹਾਂ। ਪਰਮੇਸ਼ਰ 'ਤੇ ਭਰੋਸਾ ਅੱਗੇ ਰੱਖਦੇ ਹੋ? ਬਹੁਤ ਜ਼ਿਆਦਾ ਗੱਲਾਂ ਦਾ ਗਿਆਨ, ਗੱਲਾਂ ਦਾ ਵਿਦਵਾਨ, ਅਕਲ ਨੂੰ ਅੱਗੇ ਰੱਖਣਾ, ਆਪਣੀ ਸਿਆਣਪ ਨੂੰ ਅੱਗੇ ਰੱਖਣਾ। ਨਾਮ ਜਪਣ ਵਾਲੇ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ, ਅੰਦਰੋਂ ਪੂਰਾ ਭਰੋਸਾ ਹੁੰਦਾ, ਪੂਰਾ ਵਿਸ਼ਵਾਸ ਹੁੰਦਾ। ਇੱਕ ਵਾਰ ਮਹਾਂਪੁਰਸ਼ ਬੈਠੇ ਸਨ, ਕਿਸੇ ਨੇ ਆਖਿਆ, ਮਹਾਂਪੁਰਖੋ ਸ਼ਬਦ ਦਾ ਜਾਪ ਦਿਓ। ਉਹਨਾਂ ਨੇ ਜਦੋਂ ਸ਼ਬਦ ਦਾ ਜਾਪ ਦਿੱਤਾ ਤਾਂ ਉਹ ਸਰੀਰ ਕਹਿਣ ਲੱਗਾ ਕਿ ਪ੍ਰਾਪਤੀ ਕਿੰਨੀ ਦੇਰ ਵਿੱਚ ਹੋ ਜਾਵੇਗੀ? ਮਹਾਂਪੁਰਸ਼ ਕਹਿਣ ਲੱਗੇ, 6 ਮਹੀਨੇ ਵਿੱਚ। ਨਾਲ ਹੀ ਕੋਈ ਹੋਰ ਸਰੀਰ ਖੜਾ ਸੀ, ਜਿਵੇਂ ਹੁੰਦਾ ਨਾ ਵੀ ਇੱਕ ਜਣਾ ਬੈਠਾ ਹੋਵੇ, ਨਾਲ ਕੋਈ ਹੋਰ ਵੀ ਹੋਵੇ। ਉਹ ਵੀ ਕਹਿਣ ਲੱਗਾ, ਮੈਨੂੰ ਵੀ ਸ਼ਬਦ ਦਾ ਜਾਪ ਦਿਓ। ਜਦੋਂ ਉਸਨੂੰ ਜਾਪ ਦਿੱਤਾ ਤਾਂ ਉਸਨੇ ਵੀ ਪੁੱਛ ਲਿਆ, ਕਿੰਨੇ ਕੁ ਚਿਰ ਵਿੱਚ ਪ੍ਰਾਪਤੀ ਹੋਵੇਗੀ? ਮਹਾਂਪੁਰਸ਼ ਕਹਿੰਦੇ ਹਨ, 3 ਸਾਲ ਲੱਗਣਗੇ। ਉਹ ਜੋ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਉਹ ਕੋਰਾਂ ਅਨਪੜ੍ਹ, ਉਸਨੂੰ ਤੁਸੀਂ ਕਹਿ ਦਿੱਤਾ 6 ਮਹੀਨੇ ਲੱਗਣਗੇ, ਜਦਕਿ ਮੈਂ ਪੜ੍ਹਿਆ ਲਿਖਿਆ ਵਾਂ, ਮੈਨੂੰ ਕਹਿ ਦਿੱਤਾ ਕਿ 3 ਸਾਲ ਲੱਗਣਗੇ ਪ੍ਰਾਪਤੀ ਨੂੰ, ਇਹ ਕਿਉਂ? ਮਹਾਂਪੁਰਸ਼ ਕਹਿਣ ਲੱਗੇ, ਉਸ ਅੰਦਰ ਹੰਕਾਰ ਨਹੀਂ ਹੈ, ਅਨਪੜ੍ਹ ਹੋਣ ਕਾਰਨ ਜ਼ਮੀਨ ਪੱਧਰੀ ਹੋਈ ਪਈ ਹੈ, ਕੋਈ ਕਮਰਾ ਬਣਾਇਆ ਹੀ ਨਹੀਂ। ਜਦੋਂ ਕਿ ਤੇਰੇ ਅੰਦਰ ਕਿੰਨੇ ਕੁ
ਵੀ ਇੰਨੀਆਂ ਸਿਆਣਪਾਂ ਦੇ ਕਮਰੇ ਬਣ ਗਏ ਨੇ, 3 ਸਾਲ ਤਾਂ ਉਹਨਾਂ ਨੂੰ ਢਾਉਣ ਵਿੱਚ ਹੀ ਲੱਗ ਜਾਣਗੇ। ਭਾਵ ਪੜ੍ਹੇ ਲਿਖੇ ਬੰਦੇ ਦਾ ਇਤਬਾਰ ਬਣਾਉਣਾ ਬੜਾ ਔਖਾ ਹੋ ਗਿਆ ਅੱਜ। ਇੰਨੀ ਮਤਲਬ ਇਹ ਕਿੰਨੀ ਵੱਡੀ ਪ੍ਰਸੰਨਤਾ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਡਾਕਟਰਾਂ ਦੀ ਟੀਮ ਨੇ ਕੈਂਪ ਲਗਾ ਕੇ ਵੀ ਨਿਚੋੜ ਕੱਢ ਦਿੱਤਾ ਕਿ ਆਪਣੀ ਕਿਤਾਬਾਂ ਵਿੱਚ ਫੈਸਲੇ ਦਿੱਤੇ ਨੇ ਕਿ ਸੁਖਮਨੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਇਹ ਤਨ ਦੇ ਰੋਗ ਵੀ ਰਾਜੀ ਕਰਦੀ ਹੈ। ਇਹਨਾਂ ਦੀ ਗੱਲ ਹੈ ਵੀ ਜਿਸ ਘਰ ਦੇ ਵਿੱਚ ਪਾਠ ਰਖਾਇਆ ਜਾਂਦਾ ਸੀ ਨਾ, ਉੱਥੇ ਕੁਝ ਡਾਕਟਰਾਂ ਦੀ ਟੀਮ ਨੇ ਇੱਕ ਐਕਸਪੈਰੀਮੈਂਟ ਕਰਨ ਲਈ ਵੀ ਅਸੀਂ ਇੱਕ ਐਕਸਪੈਰੀਮੈਂਟ ਕਰਨਾ, ਉਹ ਕੀ ਕਰਦੇ ਸੀ ਵੀ ਜੋ ਵੀ ਅੰਦਰ ਜਾਂਦਾ ਸੀ ਜਿੱਥੇ ਪਾਠ ਰਖਾਇਆ ਹੁੰਦਾ ਸੀ, ਉਹਦਾ ਬਲੱਡ ਪ੍ਰੈਸ਼ਰ ਉਹਨਾਂ ਨੇ ਚੈੱਕ ਕਰਨਾ ਅਤੇ ਉਹਦਾ ਬਲੱਡ ਪ੍ਰੈਸ਼ਰ, ਸ਼ੂਗਰ ਸਭ ਕੁਝ ਚੈੱਕ ਕਰਕੇ ਵੀ ਜਿੰਨਾ ਵੀ ਹੈ ਉਹਨੂੰ ਫਿਰ ਅੰਦਰ ਚੈੱਕ ਕਰਕੇ ਭੇਜਣਾ। ਜਿੰਨਾ ਵੀ ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਹੁੰਦਾ ਉਸਦਾ ਨਾਮ ਅਤੇ ਉਹਦੀ ਉਮਰ ਨੋਟ ਕਰ ਲੈਣੀ। ਭੋਗ ਪੈਣ ਤੋਂ ਬਾਅਦ ਉਹਨਾਂ ਦੇ ਦੁਬਾਰਾ ਬਲੱਡ ਪ੍ਰੈਸ਼ਰ ਚੈੱਕ ਕਰਨਾ, ਠੀਕ ਹੋਣਾ ਉਵੇਂ। ਉਹਨਾਂ ਨੇ ਕੈਂਪ ਲਗਾ ਕੇ ਵੇਰਵੇ ਸਹਿਤ ਨਿਚੋੜ ਦਿੱਤਾ ਕਿ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੇ ਸੁਣੇ, ਉਹ ਬਲੱਡ ਪ੍ਰੈਸ਼ਰ, ਚਿੰਤਾ ਆਦਿ ਦੇ ਰੋਗਾਂ ਤੋਂ ਉਹ ਬਚਿਆ ਰਹਿੰਦਾ। ਉਹਨਾਂ ਨੇ ਉਹ ਪ੍ਰਤੱਖ ਕਰਕੇ ਵਿਖਾਇਆ। ਅੰਮ੍ਰਿਤਸਰ ਦਾ ਇੱਕ ਹਸਪਤਾਲ ਹੈ, ਹਸਪਤਾਲ ਦੇ ਨਿਚੋੜ ਵਿੱਚੋਂ, ਉਸ ਹਸਪਤਾਲ ਵਿੱਚੋਂ ਮਰੀਜ਼ ਸਭ ਤੋਂ ਵੱਧ ਰਾਜੀ ਹੋ ਜਾਂਦੇ ਨੇ। ਉੱਥੋਂ ਵੱਧ ਤੋਂ ਵੱਧ ਜਿੰਨੇ ਵੀ ਜਾਂਦੇ ਨੇ ਨਾ, ਵੀ ਰਾਜੀ ਹੋ ਕੇ ਆਉਂਦੇ ਨੇ। ਖੋਜ ਕਰਨ 'ਤੇ ਪਤਾ ਚੱਲਿਆ ਕਿ ਹਸਪਤਾਲ ਵਿੱਚ ਸਾਰੇ ਮਰੀਜ਼ਾਂ ਦੇ ਕਮਰਿਆਂ ਵਿੱਚ ਸਪੀਕਰ ਲੱਗਾ। ਸਵੇਰੇ ਵੀ ਅਤੇ ਸ਼ਾਮ ਨੂੰ ਵੀ ਮਰੀਜ਼ਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਵਾਇਆ ਜਾਂਦਾ ਹੈ। ਗੁਰਬਾਣੀ ਦੀ ਕਿਰਪਾ ਵਰਤਦੀ ਹੈ। ਜਿੱਥੇ ਡਾਕਟਰੀ ਦਵਾਈ ਚੱਲਦੀ ਹੈ, ਉੱਥੇ ਨਾਲ ਨਾਲ ਗੁਰਬਾਣੀ ਦੀ ਉਹ ਬਖਸ਼ੀਸ਼, ਉਹ ਮਿਹਰ ਵੀ ਵਰਤਦੀ ਹੈ। ਤੁਸੀਂ ਕਦੀ ਵੀ ਅਜਮਾ ਲਿਓ, ਕਦੀ ਵੀ ਕਿਸੇ ਦੇ ਮਨ ਵਿੱਚ ਹੋਵੇ, ਕੋਈ ਵੀ ਅਜਮਾ ਲਿਓ। ਆਪਣੇ ਘਰ ਕੋਈ ਵੀ ਸਰੀਰ ਬਿਮਾਰ ਹੋਵੇ ਨਾ, ਜਿਵੇਂ ਆਪਣਾ ਬੱਚਾ ਹੋ ਗਿਆ, ਦਵਾਈ ਲਿਆਓ, ਦਵਾਈ ਦਿਓ, ਪਰ ਨਾਲ ਨਾਲ ਉਸਦੇ ਸਰਾਣੇ ਬੈਠ ਕੇ ਇੱਕ ਪਾਠ ਸੁਖਮਨੀ ਸਾਹਿਬ ਦਾ ਕਰੋ। ਵੇਖੋ ਦਵਾਈ ਕਿਵੇਂ ਅਸਰ ਕਰਦੀ ਹੈ। ਦਵਾਈ ਵਿੱਚ ਨਾਲ ਗੁਰਬਾਣੀ ਦੀ ਤਾਕਤ, ਗੁਰਬਾਣੀ ਦੀ ਬਖਸ਼ਿਸ਼ ਵੀ ਸ਼ਾਮਲ ਹੋ ਜਾਵੇਗੀ। ਮਾਤਾ ਜੀ ਹੋਏ ਨੇ, ਉਹਨਾਂ ਨੂੰ ਨਾ ਰਸੋਲੀ ਸੀ, ਉਹਨਾਂ ਦੀ ਜਿਹੜੀ ਆਪਣੀ ਚੈਸਟ ਹੁੰਦੀ ਹੈ ਇਹਦੇ ਨੇੜੇ, ਅਤੇ ਐਕਸਰੇ ਤੋਂ ਬਾਅਦ ਕਿਹਾ ਗਿਆ ਵੀ ਤੁਸੀਂ ਮਾਤਾ ਜੀ ਵੀ ਤੁਹਾਡਾ ਨਾ ਓਪਰੇਸ਼ਨ ਕਰਨਾ ਪਵੇਗਾ। 10 ਦਿਨਾਂ ਦਾ ਉਹਨਾਂ ਨੂੰ ਸਮਾਂ ਦੇ ਦਿੱਤਾ ਗਿਆ। 10 ਦਿਨਾਂ ਬਾਅਦ ਜਦੋਂ ਉਹ ਮਾਤਾ ਜੀ ਓਪਰੇਸ਼ਨ ਲਈ ਆਏ ਅਤੇ ਦੁਬਾਰਾ ਐਕਸਰੇ ਲਿਆ ਗਿਆ। ਹੁੰਦਾ ਹੈ ਨਾ ਓਪਰੇਸ਼ਨ ਤੋਂ ਪਹਿਲਾਂ ਉਵੇਂ ਐਕਸਰੇ ਲੈਂਦੇ ਨੇ ਜਾਂ ਅਲਟਰਾਸਾਊਂਡ ਕਰਦੇ ਨੇ। ਉਹ ਕਹਿਣ ਲੱਗੇ ਕਿ ਮੇਰੀ ਹੈਰਾਨੀ ਦੀ ਤਾਂ ਹੱਦ ਹੀ ਨਾ ਰਹੀ ਕਿ ਰਸੋਲੀ ਨਾਮ ਤਾਂ ਸਰੀਰ ਵਿੱਚ ਕੋਈ ਚੀਜ਼ ਹੀ ਨਹੀਂ ਸੀ। ਹਜੇ 10 ਦਿਨ ਪਹਿਲਾਂ ਤਾਂ ਉਹਨਾਂ ਨੂੰ ਦੱਸਿਆ ਸੀ ਵੀ ਤੁਸੀਂ 10 ਦਿਨ ਬਾਅਦ ਆਇਓ। ਕਹਿੰਦੇ ਉਹ ਡਾਕਟਰ ਕਹਿੰਦਾ ਵੀ ਮੈਂ ਤਾਂ ਐਕਸਰਾ ਵੇਖਿਆ ਅਤੇ ਉਸ ਵਿੱਚ ਕੋਈ ਰਸੋਲੀ ਨਹੀਂ, ਨਵੇਂ ਐਕਸਰੇ ਵਿੱਚ ਰਸੋਲੀ ਹੈ ਹੀ ਨਹੀਂ। ਡਾਕਟਰ ਕਹਿੰਦਾ ਵੀ ਮੈਂ ਬੜਾ ਹੈਰਾਨ ਹੋਇਆ ਵੀ ਇਹ ਕਿਵੇਂ ਹੋ ਸਕਦਾ। ਜਦੋਂ ਮੈਂ ਪਹਿਲਾ ਐਕਸਰਾ ਵੇਖਿਆ ਵਿੱਚ ਰਸੋਲੀ ਹੈ, ਅੱਜ ਵਾਲੇ ਵਿੱਚ ਹੈ ਹੀ ਨਹੀਂ। ਉਹ ਕਹਿੰਦੇ ਮਾਤਾ ਜੀ ਨੇ ਦੱਸਿਆ ਕਿ ਮੈਂ 10 ਦਿਨ ਪਹਿਲਾਂ ਆਪ ਜੀ ਕੋਲ ਤਾਰੀਖ ਲੈ ਕੇ ਗਈ ਸੀ। ਰਸਤੇ ਵਿੱਚ ਕਿਸੇ ਗੁਰਮੁਖ ਨਾਲ ਸਾਰੀ ਗੱਲ ਸਾਂਝੀ ਕੀਤੀ। ਉਹਨੇ ਕਿਹਾ ਵੀ ਬਾਬਾ ਦੀਪ ਸਿੰਘ ਜੀ ਦੇ ਕਲਗੀਧਰ ਦੇ ਪਿਆਰੇ ਹਨ, ਬਾਣੀ ਪੜ੍ਹਨ ਵਾਲੇ ਨੇ, ਉਹ ਬਹੁਤ ਦਿਆਲੂ ਹਨ। ਉਹਨਾਂ ਨੇ ਰਸਤਾ ਦੱਸਿਆ ਕਿ ਬਾਬਾ ਜੀ ਦੇ ਸਥਾਨ 'ਤੇ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ ਕਰੋ ਅਤੇ ਜੋਤ ਦਾ ਘਿਓ ਜੋ ਹੁੰਦਾ ਉਹ ਆਪਣੀ ਉਸ ਅੰਗ 'ਤੇ ਲਾ ਲਓ। ਉੱਥੇ ਜਿੱਥੇ ਤੁਹਾਨੂੰ ਰਸੋਲੀ ਉੱਥੇ ਲਾਈ ਜਾਓ, ਅਰਦਾਸ ਕਰੋ, ਸਤਿਗੁਰੂ ਮਿਹਰ ਕਰਨਗੇ। ਡਾਕਟਰ ਸਾਹਿਬ ਕਹਿੰਦੇ ਉਸ ਮਾਤਾ ਨੇ ਦੱਸਿਆ ਕਿ ਉਹ ਗੁਰਮੁਖ ਦੇ ਕਹੇ ਅਨੁਸਾਰ ਮੈਂ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀ ਰਹੀ ਅਤੇ ਜੋਤ ਦਾ ਘਿਓ ਲਾਉਂਦੀ ਰਹੀ। ਮੈਂ ਸਭ ਕੁਝ ਇਸ ਲਈ ਕੀਤਾ ਕਿ ਆਪਰੇਸ਼ਨ ਠੀਕ ਹੋ ਜਾਵੇ। ਪਰ ਡਾਕਟਰ ਸਾਹਿਬ ਕਹਿਣ ਲੱਗੇ, ਮੈਂ ਆਖਿਆ ਬੀਬੀ ਮਾਤਾ ਜੀ ਵੀ ਸੁਖਮਨੀ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਜੋਤ ਦੇ ਘਿਓ ਸਦਕਾ ਉਹ ਜੋ ਰਸੋਲੀ ਸੀ ਉਹ ਤਾਂ ਅੰਦਰ ਹੀ ਸੜ ਗਈ ਹੈ। ਯੂਨੀਵਰਸਿਟੀ ਵਿੱਚ ਨੌਕਰੀ ਕਰਨ ਵਾਲਾ ਇੱਕ ਚੋਟੀ ਦਾ 64 ਸਾਲ ਦਾ ਸਾਇੰਟਿਸਟ ਸ਼੍ਰੀ ਵਾਸੂ ਭਾਰਦਵਾਜ, ਜਿਸ ਨੇ ਚੰਦ ਗ੍ਰਹਿ ਅਤੇ ਮੰਗਲ ਗ੍ਰਹਿ ਬਾਰੇ 2 ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਮੈਂ ਪੱਕਾ ਨਾਸਤਿਕ ਸੀ, ਮੈਨੂੰ ਵਿਸ਼ਵਾਸ ਨਹੀਂ ਸੀ ਰੱਬ 'ਤੇ। ਮੇਰੀ ਪਤਨੀ ਸਿੰਧੀ ਪਰਿਵਾਰ ਵਿੱਚੋਂ ਸੀ ਅਤੇ ਉਸਦੀ ਗੁਰਬਾਣੀ 'ਤੇ ਬਹੁਤ ਸ਼ਰਧਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਸਿਰ ਵਿੱਚ ਟਿਊਮਰ ਹੋ ਗਿਆ, ਜਿਸ ਤੋਂ ਕੈਂਸਰ ਦਾ ਵੀ ਭਿਆਨਕ ਰੋਗ ਹੁੰਦਾ ਹੈ। ਇਹ ਟਿਊਮਰ ਸੱਜੇ ਕੰਨ ਦੇ ਉੱਪਰ ਹੋਣ ਕਰਕੇ ਸੱਜੇ ਕੰਨ ਤੋਂ ਸੁਣਾਈ ਦੇਣਾ ਬਿਲਕੁਲ ਬੰਦ ਹੋ ਗਿਆ। ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਦਾ ਕੋਈ ਇਲਾਜ ਨਹੀਂ, ਵੀ ਤੁਸੀਂ ਇਸ ਕੰਨ ਤੋਂ ਕਦੀ ਵੀ ਨਹੀਂ ਸੁਣ ਸਕੋਗੇ। ਜਦੋਂ ਡਾਕਟਰ ਨੇ ਸਿਰ ਦੇ ਟਿਊਮਰ ਦੇ ਨਮੂਨੇ ਲਏ ਅਤੇ ਰਿਪੋਰਟਾਂ ਰਾਹੀਂ ਕੀ ਦੱਸਿਆ ਵੀ ਤੁਸੀਂ ਕੇਵਲ 15 ਤੋਂ 20 ਦਿਨ ਦੇ ਮਹਿਮਾਨ ਹੋ। ਉਹਨਾਂ ਦੱਸਿਆ ਕਿ ਮੇਰੇ ਘਰ ਵਾਲੀ ਦੀ ਜੋ ਭੈਣ ਹੈ ਇੱਕ ਸਿੱਖ ਘਰ ਵਿੱਚ ਵਿਆਹੀ ਗਈ ਸੀ, ਉਸ ਦਾ ਗੁਰਬਾਣੀ 'ਤੇ ਬਹੁਤ ਵਿਸ਼ਵਾਸ ਸੀ। ਉਸਨੇ ਰੋਜ਼ ਹਸਪਤਾਲ ਵਿੱਚ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਅਤੇ ਹਰਿਮੰਦਰ ਸਾਹਿਬ ਅਖੰਡ ਪਾਠ ਉਹਨਾਂ ਉੱਥੇ ਜੋ ਸੀ ਡੇਟ ਲੈ ਲਈ ਵੀ ਇਸ ਤਰੀਕ ਨੂੰ ਅਸੀਂ ਇੱਥੇ ਕਰਵਾਵਾਂਗੇ। ਉਸ ਪਰਮਾਤਮਾ ਦੀ ਕਿਰਪਾ ਮੇਰੀ ਹਾਲਾਤ ਬਾਰੇ ਜਾਣ ਕੇ ਉਹਨਾਂ ਨੇ ਜਲਦੀ ਹੀ ਵਾਰੀ ਦੇ ਦਿੱਤੀ। ਇਸ ਤਰੀਕੇ ਜੋ ਸਟੈਚਰ 'ਤੇ ਪਾ ਕੇ ਮੈਨੂੰ ਅਖੰਡ ਪਾਠ ਵਾਲੇ ਕਮਰੇ ਵਿੱਚ ਪਹੁੰਚਾਇਆ ਗਿਆ।
ਉਹਨਾਂ ਦੱਸਿਆ ਕਿ ਡਾਕਟਰਾਂ ਵੱਲੋਂ ਮੈਨੂੰ ਚੌਂਕੜੀ ਮਾਰ ਕੇ ਬੈਠਣ ਦੀ ਮਨਾਹੀ ਸੀ, ਕਿਉਂਕਿ ਕਮਜ਼ੋਰੀ ਕਾਰਨ ਜਿਹੜੀਆਂ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈਆਂ ਸਨ। ਪਰ ਅਖੰਡ ਪਾਠ ਚੱਲਦੇ ਚੱਲਦੇ ਜਦੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ 'ਤੇ ਆਇਆ ਤਾਂ ਮੈਂ ਚੌਂਕੜੀ ਮਾਰ ਕੇ ਬੈਠ ਗਈ। ਬੜੇ ਪਿਆਰ ਅਤੇ ਭਾਵਨਾ ਨਾਲ ਪਾਠ ਸੁਣਨ ਲੱਗ ਪਈ। ਕਹਿੰਦੇ ਹਨ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਸੁਣਦੇ ਮੇਰੇ ਅੰਦਰ ਕੁਝ ਅਜੀਬ ਤਰ੍ਹਾਂ ਦੀ ਵਾਈਬ੍ਰੇਸ਼ਨ ਹੋਣ ਲੱਗ ਗਈ। ਇਸ ਵਾਈਬ੍ਰੇਸ਼ਨ ਨਾਲ ਇਸ ਸਮੇਂ ਦੌਰਾਨ ਇੱਕ ਅਜੀਬ ਬਖਸ਼ਿਸ਼ ਵਰਤੀ ਕਿ ਮੇਰਾ ਸੱਜਾ ਕੰਨ ਜੋ ਬਿਲਕੁਲ ਬੰਦ ਹੋ ਚੁੱਕਿਆ ਸੀ ਇੱਕਦਮ ਖੁੱਲ੍ਹ ਗਿਆ। ਅਖੰਡ ਪਾਠ ਦੇ ਭੋਗ ਤੋਂ ਬਾਅਦ ਮੈਂ ਆਪਣੇ ਪੈਰਾਂ 'ਤੇ ਖੜਾ ਹੋ ਗਿਆ ਅਤੇ ਪੈਦਲ ਚੱਲ ਕੇ ਆਪਣੇ ਕਮਰੇ ਤੱਕ ਗਿਆ। ਅਖੰਡ ਪਾਠ ਰੱਖਣ ਵੇਲੇ ਮੈਂ ਸਟੈਚਰ 'ਤੇ ਸੀ, ਪਰ ਵਾਪਸੀ ਸਮੇਂ ਆਪਣੇ ਪੈਰਾਂ 'ਤੇ ਸੀ। ਮੇਰੇ ਪਰਿਵਾਰ ਵਾਲੇ ਅਤੇ ਮੈਂ ਸਭ ਹੈਰਾਨ ਸੀ। ਆਪਣੇ ਸ਼ਹਿਰ ਸੂਰਤ ਵਿਖੇ ਜਾ ਕੇ ਜਦੋਂ ਟੈਸਟ ਡਾਕਟਰਾਂ ਪਾਸੇ ਦੁਬਾਰਾ ਕਰਵਾਏ ਤਾਂ ਪਤਾ ਚੱਲਿਆ ਕਿ ਸਰੀਰ ਵਿੱਚ ਕੋਈ ਰੋਗ ਹੈ ਹੀ ਨਹੀਂ, ਉਹ ਸਭ ਖਤਮ ਹੋ ਚੁੱਕਿਆ। ਉੱਥੋਂ ਦੇ ਜੋ ਪ੍ਰਸਿੱਧ ਡਾਕਟਰ ਸੀ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤਾਕਤ ਨੂੰ ਮੰਨ ਗਏ ਕਿ ਹੋ ਸਕਦਾ ਹੈ ਕੋਈ ਗੱਲ ਇਸ ਨੂੰ ਨਾ ਮੰਨੇ, ਪਰ ਡਾਕਟਰ ਵਾਸੂ ਜੋ ਭਾਰਤਵਾਜ ਜਿਹਨੇ ਕੈਂਸਰ ਠੀਕ ਹੋਣ ਦੀਆਂ ਰਿਪੋਰਟਾਂ ਲਗਭਗ 200 ਦੀਵਾਨਾਂ ਵਿੱਚ ਸੰਗਤਾਂ ਨੂੰ ਵੀ ਵਿਖਾਈਆਂ ਨੇ,